ओम शांति। ਅੱਜ ਪਿਆਰੇ ਬਾਪ ਦਾਦਾ ਦੇ 3/4/2021 ਦੇ ਮਹਾਵਚਨ ਬਾਬਾ ਨੇ ਅੱਜ ਆਪਣੇ ਪਿਆਰੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਤੁਸੀਂ ਬਾਪ ਦੀ ਯਾਦ ਵਿੱਚ ਐਕਿਊਰੇਟ ਰਹੋ ਤਾਂ ਤੁਹਾਡਾ ਚਿਹਰਾ ਸਦਾ ਚਮਕਦਾ ਹੋਇਆ ਖੁਸ਼ਨੁਮਾ ਰਹੇਗਾ। ਪ੍ਰਸ਼ਨ ਹੈ, ਯਾਦ ਵਿੱਚ ਬੈਠਣ ਦੀ ਵਿਧੀ ਕਿਹੜੀ ਹੈ ਅਤੇ ਉਸ ਤੋਂ ਲਾਭ ਕੀ ਹੁੰਦਾ ਹੈ? ਯਾਦ ਵਿੱਚ ਬੈਠਣ ਦੀ ਵਿਧੀ ਕਿਹੜੀ ਹੈ, ਉਸ ਤੋਂ ਲਾਭ ਕੀ ਹੁੰਦਾ ਹੈ? ਉੱਤਰ ਹੈ, ਜਦੋਂ ਯਾਦ ਵਿੱਚ ਬੈਠਦੇ ਹੋ ਤਾਂ ਬੁੱਧੀ ਤੋਂ ਸਭ ਧੰਦੇ ਧੋਰੀ ਆਦਿ ਦੀ ਪੰਚਾਇਤ ਨੂੰ ਭੁੱਲ ਕੇ ਆਪਣੇ ਆਪ ਨੂੰ ਦੇਹੀ ਆਤਮਾ ਸਮਝੋ। ਦੇਹ ਅਤੇ ਦੇਹ ਦੇ ਸੰਬੰਧਾਂ ਦੀ ਵੱਡੀ ਜਾਲ ਹੈ। ਉਸ ਜਾਲ ਨੂੰ ਹੱਪ ਕਰਕੇ ਦੇਹ ਅਭਿਮਾਨ ਤੋਂ ਪਰੇ ਹੋ ਜਾਓ, ਅਰਥਾਤ ਆਪ ਮੋਏ ਮਰ ਗਈ ਦੁਨੀਆ। ਜਿਉਂਦੇ ਜੀ ਸਭ ਕੁਝ ਭੁੱਲ ਕੇ ਇੱਕ ਬਾਪ ਦੀ ਯਾਦ ਰਹੇ, ਇਹ ਹੈ ਅਸ਼ਰੀਰੀ ਅਵਸਥਾ। ਇਸ ਨਾਲ ਹੀ ਆਤਮਾ ਦੀ ਕੱਟ ਉਤਰ ਜਾਵੇਗੀ। गीत है, रात के राही थक मत जाना, सुबह की मंजिल दूर नहीं। ओम शांति। ਬੱਚੇ ਯਾਦ ਦੀ ਯਾਤਰਾ ਵਿੱਚ ਬੈਠੇ ਹਨ, ਜਿਸ ਨੂੰ ਕਹਿੰਦੇ ਹਨ ਨਿਸ਼ਠਾ ਵਿੱਚ ਅਥਵਾ ਸ਼ਾਂਤੀ ਵਿੱਚ ਬੈਠੇ ਹਨ। ਸਿਰਫ ਸ਼ਾਂਤੀ ਵਿੱਚ ਨਹੀਂ ਬੈਠਦੇ, ਕੁਝ ਕਰ ਰਹੇ ਹਨ, ਸਵੈ-ਧਰਮ ਵਿੱਚ ਟਿਕੇ ਹੋਏ ਹਨ, ਪਰੰਤੂ ਯਾਤਰਾ ਤੇ ਵੀ ਹੋ। ਇਹ ਯਾਤਰਾ ਸਿਖਾਉਣ ਵਾਲਾ ਬਾਪ ਨਾਲ ਵੀ ਲੈ ਜਾਂਦੇ ਹਨ। ਉਹ ਹੁੰਦੇ ਹਨ ਜਿਸਮਾਨੀ ਬ੍ਰਾਹਮਣ ਜੋ ਨਾਲ ਲੈ ਜਾਂਦੇ। ਤੁਸੀਂ ਹੋ ਰੂਹਾਨੀ ਬ੍ਰਾਹਮਣ। ਬ੍ਰਾਹਮਣਾਂ ਦਾ ਵਰਣ ਅਥਵਾ ਕੁੱਲ ਕਹਾਂਗੇ। ਹੁਣ ਬੱਚੇ ਯਾਦ ਦੀ ਯਾਤਰਾ ਵਿੱਚ ਬੈਠੇ ਹੋ। ਹੋਰ ਸਤਸੰਗਾਂ ਵਿੱਚ ਬੈਠਦੇ ਹੋਣਗੇ ਤਾਂ ਗੁਰੂ ਦੀ ਯਾਦ ਆਵੇਗੀ। ਗੁਰੂ ਆ ਕੇ ਪ੍ਰਵਚਨ ਸੁਣਾਵੇ, ਉਹ ਹੈ ਸਾਰਾ ਭਗਤੀ ਮਾਰਗ। ਇਹ ਯਾਦ ਦੀ ਯਾਤਰਾ ਹੈ, ਜਿਸ ਨਾਲ ਵਿਕਰਮ ਵਿਨਾਸ਼ ਹੁੰਦੇ ਹਨ। ਤੁਸੀਂ ਯਾਦ ਵਿੱਚ ਬੈਠਦੇ ਹੋ। ਜੰਕ ਅਰਥਾਤ ਕੱਢਣ ਦੇ ਲਈ ਬਾਪ ਦਾ ਡਾਇਰੈਕਸ਼ਨ ਹੈ। ਯਾਦ ਨਾਲ ਕੱਟ ਨਿਕਲੇਗੀ, ਕਿਉਂਕਿ ਪਤਿਤ ਪਾਵਨ ਮੈਂ ਹਾਂ ਨਾ। ਮੈਂ ਕਿਸੇ ਦੀ ਯਾਦ ਵਿੱਚ ਨਹੀਂ ਆਉਂਦਾ ਹਾਂ। ਮੇਰਾ ਆਉਣਾ ਡਰਾਮਾ ਵਿੱਚ ਨੂੰਦ ਹੈ। ਜਦੋਂ ਪਤਿਤ ਦੁਨੀਆ ਬਦਲ ਪਾਵਨ ਦੁਨੀਆ ਹੋਣੀ ਹੈ। ਆਦਿ ਸਨਾਤਨ ਦੇਵੀ ਦੇਵਤਾ ਧਰਮ ਜੋ ਪ੍ਰਾਇਲੋਪ ਹੈ, ਉਸ ਦੀ ਸਥਾਪਨਾ ਫਿਰ ਤੋਂ ਬ੍ਰਹਮਾ ਦੁਆਰਾ ਕਰਦੇ ਹਨ। ਜਿਸ ਬ੍ਰਹਮਾ ਦੇ ਲਈ ਸਮਝਾਇਆ ਜਾਂਦਾ ਹੈ, ਬ੍ਰਹਮਾ ਸੋ ਵਿਸ਼ਨੂੰ ਸੈਕਿੰਡ ਵਿੱਚ ਬਣਦੇ ਹਨ। ਫਿਰ ਵਿਸ਼ਨੂੰ ਸੋ ਬ੍ਰਹਮਾ ਬਣਨ ਵਿੱਚ 5000 ਸਾਲ ਲੱਗਦੇ ਹਨ। ਇਹ ਵੀ ਬੁੱਧੀ ਵਿੱਚ ਸਮਝਣ ਦੀਆਂ ਗੱਲਾਂ ਹਨ। ਤੁਸੀਂ ਜੋ ਸ਼ੂਦਰ ਸੀ, ਹੁਣ ਬ੍ਰਾਹਮਣ ਵਰਣ ਵਿੱਚ ਆਏ ਹੋ। ਤੁਸੀਂ ਬ੍ਰਾਹਮਣ ਬਣਦੇ ਹੋ ਤਾਂ ਸ਼ਿਵ ਬਾਬਾ ਬ੍ਰਹਮਾ ਦੁਆਰਾ ਤੁਹਾਨੂੰ ਇਹ ਯਾਦ ਦੀ ਯਾਤਰਾ ਸਿਖਾਉਂਦੇ ਹਨ। ਖਾਦ ਕੱਢਣ ਦੇ ਲਈ ਇਹ ਰਚਨਾ ਦਾ ਚੱਕਰ ਕਿਵੇਂ ਫਿਰਦਾ ਹੈ, ਸੋ ਤਾਂ ਸਮਝ ਗਏ ਨਾ। ਇਸ ਵਿੱਚ ਕੋਈ ਦੇਰ ਨਹੀਂ ਲੱਗਦੀ ਹੈ। ਹੁਣ ਹੈ ਵੀ ਬਰੋਬਰ ਕਲਯੁਗ। ਉਹ ਸਿਰਫ ਕਹਿੰਦੇ ਹਨ ਕਲਯੁਗ ਦੀ ਹੁਣ ਆਦਿ ਹੈ, ਤਾਂ ਬਾਪ ਦੱਸਦੇ ਹਨ ਕਿ ਕਲਯੁਗ ਦਾ ਅੰਤ ਹੈ, ਘੋਰ ਹਨੇਰਾ ਹੈ। ਬਾਬਾ ਕਹਿੰਦੇ, ਤੁਸੀਂ ਇਹਨਾਂ ਸਭ ਵੇਦਾਂ ਸ਼ਾਸਤਰਾਂ ਦਾ ਤੁਹਾਨੂੰ ਸਾਰ ਸਮਝਾਉਂਦਾ ਹਾਂ। ਤੁਸੀਂ ਬੱਚੇ ਸਵੇਰੇ ਜਦੋਂ ਇੱਥੇ ਬੈਠਦੇ ਹੋ ਤਾਂ ਯਾਦ ਵਿੱਚ ਬੈਠਣਾ ਹੁੰਦਾ ਹੈ, ਨਹੀਂ ਤਾਂ ਮਾਇਆ ਦੇ ਤੂਫਾਨ ਆਉਣਗੇ। ਧੰਦਾ ਧੋਰੀ ਤਰਫ ਬੁੱਧੀ ਯੋਗ ਚਲਿਆ ਜਾਵੇਗਾ। ਇਹ ਸਭ ਬਾਹਰ ਦੀ ਪੰਚਾਇਤ ਹੈ ਨਾ। ਜਿਵੇਂ ਮੱਕੜੀ ਕਿੰਨੇ ਜਾਲ ਕੱਢਦੀ ਹੈ, ਸਾਰਾ ਹੱਪ ਵੀ ਕਰ ਲੈਂਦੀ ਹੈ। ਦੇਹ ਦਾ ਕਿੰਨਾ ਪ੍ਰਪੰਚ ਹੈ। ਬਾਬਾ ਦੇਹ ਦਾ ਪ੍ਰਪੰਚ ਦੱਸ ਰਹੇ। ਸੰਬੰਧੀ ਕਾਕਾ, ਚਾਚਾ, ਮਾਮਾ, ਗੁਰੂ, ਗਸਾਈ ਆਦਿ ਕਿੰਨੀ ਜਾਲ ਦਿਖਾਈ ਦਿੰਦੀ ਹੈ। ਉਹ ਸਾਰੀ ਹੱਪ ਕਰਨੀ ਹੈ ਦੇਹ ਸਹਿਤ। ਸਿਰਫ ਇਕੱਲਾ ਦੇਹੀ ਬਣਨਾ ਹੈ।
ਮਨੁੱਖ ਸਰੀਰ ਛੱਡਦੇ ਹਨ ਤਾਂ ਸਭ ਕੁਝ ਭੁੱਲ ਜਾਂਦੇ ਹਨ। ਆਪ ਮੋਏ ਮਰ ਗਈ ਦੁਨੀਆ। ਇਹ ਤਾਂ ਬੁੱਧੀ ਵਿੱਚ ਗਿਆਨ ਹੈ ਕਿ ਸਾਰੀ ਦੁਨੀਆ ਖਤਮ ਹੋਣੀ ਹੈ। ਬਾਬਾ ਸਮਝਾਉਂਦੇ ਹਨ, ਜਿਨ੍ਹਾਂ ਦਾ ਮੂੰਹ ਨਹੀਂ ਖੁੱਲ੍ਹਦਾ, ਅੱਛਾ ਸਿਰਫ ਯਾਦ ਕਰੋ। ਜਿਵੇਂ ਬ੍ਰਹਮਾ ਬਾਪ ਨੂੰ ਯਾਦ ਕਰਦਾ ਹੈ, ਬ੍ਰਹਮਾ ਮਨਾ ਬਾਪ ਨੂੰ ਯਾਦ ਕਰਦਾ ਹੈ, ਸ਼ਿਵ ਬਾਬਾ ਨੂੰ ਯਾਦ ਕਰਦੇ। ਕੰਨਿਆ ਪਤੀ ਨੂੰ ਯਾਦ ਕਰਦੀ, ਕਿਉਂਕਿ ਪਤੀ ਪਰਮੇਸ਼ਵਰ ਹੋ ਜਾਂਦਾ, ਇਸ ਲਈ ਬਾਪ ਤੋਂ ਬੁੱਧੀ ਕੱਢ ਕੇ ਪਤੀ ਵਿੱਚ ਚਲੀ ਜਾਂਦੀ ਹੈ। ਇਹ ਵੀ ਤਾਂ ਪਤੀਆਂ ਦਾ ਪਤੀ ਹੈ ਨਾ, ਸਾਜਨ ਹੈ। ਤੁਸੀਂ ਸਾਰੀ ਸਜਣੀਆਂ ਭਗਵਾਨ ਦੀਆਂ ਸਾਰੀਆਂ ਭਗਤੀ ਕਰਦੀਆਂ ਹੋ। ਸਾਰੇ ਭਗਤੀਆਂ ਰਾਵਣ ਦੇ ਪਹਿਰੇ ਵਿੱਚ ਕੈਦ ਹਨ, ਤਾਂ ਬਾਪ ਨੂੰ ਜ਼ਰੂਰ ਤਰਸ ਤਾਂ ਪਵੇਗਾ ਨਾ। ਬਾਬਾ ਰਹਿਮਦਿਲ ਹੈ, ਉਸ ਨੂੰ ਰਹਿਮਦਿਲ ਕਿਹਾ ਜਾਂਦਾ ਹੈ। ਇਸ ਸਮੇਂ ਗੁਰੂ ਤਾਂ ਬਹੁਤ ਪ੍ਰਕਾਰ ਦੇ ਹੁੰਦੇ ਹਨ। ਜੋ ਕੁਝ ਸਿੱਖਿਆ ਦਿੰਦੇ ਉਸ ਨੂੰ ਗੁਰੂ ਕਹਿ ਦਿੰਦੇ ਹਨ। ਇੱਥੇ ਤਾਂ ਬਾਪ ਪ੍ਰੈਕਟੀਕਲ ਵਿੱਚ ਰਾਜਯੋਗ ਸਿਖਾਉਂਦੇ ਹਨ। ਤੁਸੀਂ ਬੱਚੇ ਬਾਬਾ ਦੀ ਯਾਦ ਵਿੱਚ ਰਹਿੰਦੇ ਹੋ, ਬਾਬਾ ਦਾ ਆਹਵਾਨ ਨਹੀਂ ਕਰਦੇ ਹੋ। ਤੁਸੀਂ ਬਾਪ ਦੀ ਯਾਦ ਵਿੱਚ ਰਹਿ ਕੇ ਆਪਣੀ ਉੱਨਤੀ ਕਰ ਰਹੇ ਹੋ। ਬਾਪ ਦੇ ਡਾਇਰੈਕਸ਼ਨ ਵਿੱਚ ਚੱਲਣ ਨਾਲ ਹੀ ਚੱਲਣ ਦਾ ਸ਼ੌਂਕ ਹੋਣਾ ਚਾਹੀਦਾ ਹੈ। ਅਸੀਂ ਸ਼ਿਵ ਬਾਬਾ ਨੂੰ ਯਾਦ ਕਰਕੇ ਭੋਜਨ ਖਾਵਾਂਗੇ। ਮਾਨਾ ਸ਼ਿਵ ਬਾਬਾ ਦੇ ਨਾਲ ਖਾਂਦੇ ਹਾਂ। ਦਫ਼ਤਰ ਵਿੱਚ ਵੀ ਕੁਝ ਨਾ ਕੁਝ ਟਾਈਮ ਤਾਂ ਮਿਲਦਾ ਹੈ। ਬਾਬਾ ਨੂੰ ਲਿਖਦੇ ਹਨ, ਕੁਰਸੀ 'ਤੇ ਬੈਠਦੇ ਹਾਂ ਤਾਂ ਯਾਦ ਵਿੱਚ ਬੈਠ ਜਾਂਦੇ ਹਾਂ। ਅਫਸਰ ਆ ਕੇ ਦੇਖਦਾ ਹੈ, ਜਿਵੇਂ ਬੈਠੇ ਬੈਠੇ ਗੁੰਮ ਹੋ ਜਾਂਦੇ ਹਾਂ, ਅਰਥਾਤ ਅਸ਼ਰੀਰੀ ਹੋ ਜਾਂਦੇ ਹੋ। ਕਿਸੇ ਦੀ ਅੱਖ ਬੰਦ ਹੋ ਜਾਂਦੀ ਹੈ, ਕਿਸੇ ਦੀ ਖੁੱਲ੍ਹੀ ਰਹਿੰਦੀ ਹੈ। ਕੋਈ ਇਸ ਤਰ੍ਹਾਂ ਬੈਠਾ ਹੋਵੇਗਾ ਜਿਵੇਂ ਕੁਝ ਵੀ ਦੇਖਦਾ ਨਹੀਂ, ਜਿਵੇਂ ਗੁੰਮ ਰਹਿੰਦੇ ਹਨ। ਇਸ ਤਰ੍ਹਾਂ ਵੀ ਹੁੰਦਾ ਹੈ। ਬਾਬਾ ਨੇ ਰੱਸੀ ਖਿੱਚ ਲਈ ਅਤੇ ਮੌਜ ਵਿੱਚ ਬੈਠਾ ਹੈ। ਮਨਾ ਇੱਕਦਮ ਬੁੱਧੀਯੋਗ ਬਾਬਾ ਨਾਲ ਲੱਗਿਆ ਹੈ। ਉਸ ਤੋਂ ਪੁੱਛਣਗੇ, ਤੁਹਾਨੂੰ ਕੀ ਹੋਇਆ? ਕਹਿਣਗੇ, ਅਸੀਂ ਤਾਂ ਬਾਬਾ ਦੀ ਯਾਦ ਵਿੱਚ ਬੈਠੇ ਸੀ। ਬੁੱਧੀ ਵਿੱਚ ਰਹਿੰਦਾ ਹੈ ਕਿ ਅਸੀਂ ਜਾਣਾ ਹੈ ਬਾਬਾ ਕੋਲ। ਬਾਬਾ ਕਹਿੰਦੇ, ਆਤਮ ਅਭਿਮਾਨੀ ਬਣਨ ਨਾਲ ਹੀ ਤੁਸੀਂ ਮੇਰੇ ਪਾਸ ਆ ਜਾਓਗੇ। ਉੱਥੇ ਪਵਿੱਤਰ ਹੋਣ ਬਿਗਰ ਥੋੜ੍ਹੀ ਜਾ ਸਕੋਗੇ। ਹੁਣ ਪਵਿੱਤਰ ਕਿਵੇਂ ਬਣੀਏ, ਇਹ ਬਾਪ ਹੀ ਦੱਸ ਸਕਦੇ ਹਨ। ਮਨੁੱਖ ਕੋਈ ਵੀ ਨਹੀਂ ਦੱਸ ਸਕਦਾ। ਤੁਸੀਂ ਕੁਝ ਨਾ ਕੁਝ ਸਮਝਿਆ ਹੋਇਆ ਹੋਵੇਗਾ ਤਾਂ ਦੂਸਰਿਆਂ ਦਾ ਵੀ ਕਲਿਆਣ ਕਰੋਗੇ। ਤੁਸੀਂ ਕਿਸੇ ਦਾ ਵੀ ਕਲਿਆਣ ਕਰਨਾ, ਬਾਪ ਦੀ ਪਛਾਣ ਦੇਣ ਦਾ ਪੁਰਸ਼ਾਰਥ ਜ਼ਰੂਰ ਕਰਨਾ ਚਾਹੀਦਾ ਹੈ। ਹੁਣ ਤੁਸੀਂ ਬੱਚੇ ਸਮਝਦੇ ਹੋ ਕਿ ਕਿੰਨਾ ਵੰਡਰਫੁਲ ਖੇਲ ਹੈ। ਭਾਰਤ ਦਾ ਕਿੰਨਾ ਡਾਊਨਫਾਲ ਹੋ ਜਾਂਦਾ ਹੈ, ਮਨਾ ਪਤਨ ਹੋ ਜਾਂਦਾ ਹੈ। ਡਾਊਨਫਾਲ ਆਫ ਭਾਰਤ ਵਾਸੀ। ਉਹ ਆਪਣੇ ਨੂੰ ਸਮਝਦੇ ਨਹੀਂ ਕਿ ਅਸੀਂ ਗਿਰੇ ਹਾਂ, ਅਸੀਂ ਕਲਯੁਗੀ ਤਮੋ ਪ੍ਰਧਾਨ ਬਣੇ ਹਾਂ। ਭਾਰਤ ਸਵਰਗ ਸੀ, ਅਰਥਾਤ ਮਨੁੱਖ ਸਵਰਗਵਾਸੀ ਸੀ। ਉਹੀ ਮਨੁੱਖ ਹੁਣ ਨਰਕਵਾਸੀ ਹਨ। ਇਹ ਗਿਆਨ ਕੋਈ ਵਿੱਚ ਵੀ ਨਹੀਂ ਹੈ। ਇਹ ਬਾਬਾ ਵੀ ਨਹੀਂ ਜਾਣਦਾ ਸੀ। ਹੁਣ ਬੁੱਧੀ ਵਿੱਚ ਚਮਤਕਾਰ ਆਇਆ। 84 ਜਨਮ ਲੈਂਦੇ ਲੈਂਦੇ ਸੀੜੀ ਤਾਂ ਜ਼ਰੂਰ ਉਤਰਨੀ ਪਵੇਗੀ ਨਾ। ਉੱਪਰ ਚੜ੍ਹਨ ਦੀ ਜਗ੍ਹਾ ਹੀ ਨਹੀਂ ਹੈ। ਉਤਰਦੇ ਉਤਰਦੇ ਪਤਿਤ ਬਣਨਾ ਹੈ। ਇਹ ਗੱਲ ਕੋਈ ਦੀ ਵੀ ਬੁੱਧੀ ਵਿੱਚ ਨਹੀਂ ਹੈ। ਬਾਬਾ ਨੇ ਤੁਹਾਨੂੰ ਬੱਚਿਆਂ ਨੂੰ ਸਮਝਾਇਆ, ਤੁਸੀਂ ਫਿਰ ਭਾਰਤ ਵਾਸੀਆਂ ਨੂੰ ਸਮਝਾਉਂਦੇ ਹੋ ਕਿ ਤੁਸੀਂ ਸਵਰਗਵਾਸੀ ਸੀ, ਹੁਣ ਨਰਕਵਾਸੀ ਬਣੇ। 84 ਜਨਮ ਵੀ ਤੁਹਾਡੇ ਲਈ ਹਨ। ਪੁਨਰ ਜਨਮ ਤਾਂ ਮੰਨਦੇ ਨੇ ਨਾ, ਤਾਂ ਜ਼ਰੂਰ ਨੀਚੇ ਉਤਰਨਾ ਹੈ। ਕਿੰਨੇ ਪੁਨਰ ਜਨਮ ਲਏ, ਇਹ ਵੀ ਬਾਬਾ ਨੇ ਸਮਝਾਇਆ ਹੈ। ਡਰਾਮਾ ਕਿਵੇਂ ਬਣਿਆ ਹੋਇਆ ਹੈ। ਕਿਸੇ ਨੂੰ ਸੁਪਨੇ ਵਿੱਚ ਵੀ ਨਹੀਂ ਸੀ ਕਿ ਅਸੀਂ ਲਕਸ਼ਮੀ ਨਾਰਾਇਣ ਵਰਗਾ ਬਣ ਸਕਦੇ ਹਾਂ। ਬਾਬਾ ਕਿੰਨਾ ਸਮ੍ਰਿਤੀ ਵਿੱਚ ਲੈ ਆਉਂਦੇ ਹਨ। ਹੁਣ ਬਾਪ ਤੋਂ ਵਰਸਾ ਲੈਣਾ ਹੈ ਤਾਂ ਸ਼੍ਰੀਮਤ 'ਤੇ ਚੱਲਣਾ ਹੈ। ਯਾਦ ਦੀ ਯਾਤਰਾ ਦਾ ਅਭਿਆਸ ਕਰਨਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਦਰੀ ਲੋਕ ਪੈਦਲ ਕਰਨ ਜਾਂਦੇ ਤਾਂ ਕਿੰਨਾ ਸ਼ਾਂਤੀ ਨਾਲ ਚੱਲਦੇ ਹਨ। ਉਹ ਕ੍ਰਾਈਸਟ ਦੀ ਯਾਦ ਵਿੱਚ ਰਹਿੰਦੇ ਹਨ। ਉਹਨਾਂ ਦਾ ਕ੍ਰਾਈਸਟ ਦੇ ਨਾਲ ਪਿਆਰ ਹੈ। ਤੁਹਾਡਾ ਰੂਹਾਨੀ ਪੰਡਿਆਂ ਦੀ ਪ੍ਰੀਤ ਬੁੱਧੀ ਹੈ ਪਰਮ ਪ੍ਰਿਯ ਪਰਮ ਪਿਤਾ ਪਰਮਾਤਮਾ ਦੇ ਨਾਲ। ਬਾਬਾ ਆ ਕੇ
ਸੱਚਾ ਮਾਰਗ ਦੱਸਦੇ ਹਨ, ਜਿਸ ਨਾਲ ਅੱਧਾ ਕਲਪ ਤੁਸੀਂ ਸੱਚਖੰਡ ਵਿੱਚ ਚਲੇ ਜਾਂਦੇ ਹੋ। ਉੱਥੇ ਦੂਸਰਾ ਕੋਈ ਖੰਡ ਹੁੰਦਾ ਹੀ ਨਹੀਂ। ਕਿਸੇ ਨੂੰ ਸਮਝਾਓ ਤਾਂ ਮੰਨਦੇ ਨਹੀਂ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਸਿਰਫ ਭਾਰਤ ਹੀ ਸੀ। ਕ੍ਰਾਈਸਟ ਤੋਂ 3000 ਸਾਲ ਪਹਿਲਾਂ ਭਾਰਤ ਸਵਰਗ ਸੀ ਨਾ, ਹੋਰ ਤਾਂ ਕੋਈ ਧਰਮ ਨਹੀਂ ਸੀ। ਫਿਰ ਝਾੜ ਵ੍ਰਿਧੀ ਨੂੰ ਪਾਉਂਦਾ ਜਾਂਦਾ ਹੈ। ਤੁਸੀਂ ਸਿਰਫ ਆਪਣੇ ਬਾਪ ਨੂੰ, ਆਪਣੇ ਧਰਮ ਕਰਮ ਨੂੰ ਭੁੱਲ ਗਏ ਹੋ। ਦੇਵੀ ਦੇਵਤਾ ਧਰਮ ਦਾ ਆਪਣੇ ਨੂੰ ਸਮਝਦੇ ਤਾਂ ਗੰਦੀਆਂ ਚੀਜ਼ਾਂ ਆਦਿ ਕੁਝ ਵੀ ਨਹੀਂ ਖਾਂਦੇ। ਪਰੰਤੂ ਅੱਜ ਤਾਂ ਦੇਖਦੇ ਹਾਂ ਕਿ ਹਰ ਮਨੁੱਖ ਕਿੰਨਾ ਗੰਦੀਆਂ ਚੀਜ਼ਾਂ, ਲਸਣ ਪਿਆਜ਼ ਵੀ ਤੇ ਨਾਨ ਵੈਜ ਵੀ ਸਭ ਕੁਝ ਖਾ ਰਿਹਾ ਹੈ। ਪਰੰਤੂ ਖਾਂਦੇ ਹਨ ਕਿਉਂਕਿ ਉਹ ਗੁਣ ਨਹੀਂ ਹਨ, ਇਸ ਲਈ ਆਪਣੇ ਨੂੰ ਹਿੰਦੂ ਕਹਿ ਦਿੰਦੇ, ਦੇਵਤਾ ਤਾਂ ਕਹਾ ਨਹੀਂ ਸਕਦੇ। ਨਹੀਂ ਤਾਂ ਸ਼ਰਮ ਆਉਣੀ ਚਾਹੀਦੀ ਹੈ ਨਾ ਕਿ ਸਾਡੇ ਵੱਡੇ ਇਸ ਤਰ੍ਹਾਂ ਦੇ ਪਵਿੱਤਰ ਔਰ ਅਸੀਂ ਇਸ ਤਰ੍ਹਾਂ ਪਤਿਤ ਬਣ ਗਏ ਹਾਂ, ਪਰੰਤੂ ਆਪਣੇ ਧਰਮ ਨੂੰ ਭੁੱਲ ਗਏ। ਹੁਣ ਤੁਸੀਂ ਡਰਾਮਾ ਦੇ ਆਦਿ ਮੱਧ ਅੰਤ ਨੂੰ ਚੰਗੀ ਤਰ੍ਹਾਂ ਸਮਝ ਗਏ ਹੋ। ਕੋਈ ਵੀ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਪੁਆਇੰਟਸ ਹਜੇ ਬਾਬਾ ਨੇ ਦੱਸੀ ਨਹੀਂ, ਬਸ ਨਹੀਂ ਤਾਂ ਮੁਫਤੀ ਮੁੱਝ ਜਾਂਦੇ ਹਨ। ਬੋਲੋ ਅਸੀਂ ਪੜ੍ਹ ਰਹੇ ਹਾਂ, ਸਭ ਕੁਝ ਅਸੀਂ ਜਾਣ ਲਈਏ ਤਾਂ ਵਿਨਾਸ਼ ਹੀ ਹੋ ਜਾਵੇ, ਪਰੰਤੂ ਨਹੀਂ, ਹਜੇ ਮਾਰਜਨ ਹੈ। ਅਸੀਂ ਪੜ੍ਹ ਰਹੇ ਹਾਂ, ਅੰਤ ਵਿੱਚ ਸੰਪੂਰਨ ਪਵਿੱਤਰ ਹੋ ਜਾਵੋਗੇ। ਨੰਬਰਵਾਰ ਪੁਰਸ਼ਾਰਥ ਅਨੁਸਾਰ ਕੱਟ ਨਿਕਲਦੀ ਜਾਵੇਗੀ ਤਾਂ ਸਤੋ ਪ੍ਰਧਾਨ ਬਣਦੇ ਜਾਵੋਗੇ। ਹੁਣ ਤੁਸੀਂ ਬੀਜ ਰੂਪ, ਮਾਸਟਰ ਬੀਜ ਰੂਪ ਬਣਦੇ ਹੋ। ਯਾਦ ਦੇ ਨਾਲ ਸਵਦਰਸ਼ਨ ਚੱਕਰ ਵੀ ਫਿਰਾਉਣਾ ਹੈ। ਸ਼ਿਵ ਬਾਬਾ ਕਹਿੰਦੇ ਕੋਈ ਵੀ ਅਵਗਿਆ ਨਹੀਂ ਕਰਨੀ ਹੈ। ਸ਼ਿਵ ਬਾਬਾ ਜੋ ਕਹਿੰਦੇ ਹਨ ਉਹੀ ਕਲਿਆਣਕਾਰੀ ਹੈ। ਬੇਸ਼ੱਕ ਅਕਲਿਆਣ ਹੋ ਜਾਵੇ, ਉਹ ਵੀ ਕਲਿਆਣ ਦੇ ਰੂਪ ਵਿੱਚ ਬਦਲ ਜਾਵੇਗਾ। ਅੱਛਾ, ਫਿਰ ਬਾਪ ਦਾਦਾ ਨੇ ਯਾਦ ਪਿਆਰ ਦਿੱਤੀ। ਮਿੱਠੇ ਮਿੱਠੇ ਸਿੱਕੀ ਲੱਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਪੁਆਇੰਟ, ਬਾਬਾ ਦੇ ਹਰ ਡਾਇਰੈਕਸ਼ਨ ਤੇ ਚੱਲ ਕੇ ਆਪਣੀ ਉન્નਤੀ ਕਰਨੀ ਹੈ। ਇੱਕ ਬਾਪ ਨਾਲ ਸੱਚੀ ਸੱਚੀ ਪ੍ਰੀਤ ਰੱਖਣੀ ਹੈ। ਯਾਦ ਵਿੱਚ ਹੀ ਭੋਜਨ ਬਣਾਉਣਾ ਅਤੇ ਖਾਣਾ ਹੈ। ਦੂਸਰਾ, ਸਪਿਰਿਚੁਅਲ ਲਾਈਟ ਹਾਊਸ ਬਣ ਸਭ ਨੂੰ ਮੁਕਤੀ, ਜੀਵਨ ਮੁਕਤੀ ਦਾ ਰਸਤਾ ਦੱਸਣਾ ਹੈ। ਬਾਪ ਸਮਾਨ ਕਲਿਆਣਕਾਰੀ ਜ਼ਰੂਰ ਬਣਨਾ ਹੈ। ਵਰਦਾਨ ਹੈ, ਇੱਕ ਬਾਪ ਵਿੱਚ ਸਾਰੇ ਸੰਸਾਰ ਦਾ ਅਨੁਭਵ ਕਰਨ ਵਾਲੇ ਬੇਹੱਦ ਦੇ ਵੈਰਾਗੀ ਭਵ। ਵਿਸਤਾਰ ਹੈ, ਬੇਹੱਦ ਦੇ ਵੈਰਾਗੀ ਉਹੀ ਬਣ ਸਕਦੇ ਜੋ ਬਾਪ ਨੂੰ ਆਪਣਾ ਸੰਸਾਰ ਸਮਝਦੇ ਹਨ। ਜਿਨ੍ਹਾਂ ਦਾ ਬਾਪ ਹੀ ਸੰਸਾਰ ਹੈ ਉਹ ਆਪਣੇ ਸੰਸਾਰ ਵਿੱਚ ਹੀ ਰਹਿਣਗੇ, ਦੂਜਿਆਂ ਵਿੱਚ ਜਾਣਗੇ ਹੀ ਨਹੀਂ ਤਾਂ ਕਿਨਾਰਾ ਆਪਣੇ ਆਪ ਹੀ ਹੋ ਜਾਵੇਗਾ। ਸੰਸਾਰ ਵਿੱਚ ਵਿਅਕਤੀ ਅਤੇ ਵੈਭਵ ਹੀ ਹੁੰਦੇ ਹਨ, ਸਭ ਆ ਜਾਂਦਾ ਹੈ ਨਾ। ਬਾਬਾ ਦੀ ਸੰਪਤੀ ਸੋ ਆਪਣੀ ਸੰਪਤੀ, ਇਸ ਸਿਮਰਤੀ ਵਿੱਚ ਰਹਿਣ ਨਾਲ ਬੇਹੱਦ ਦੇ ਵੈਰਾਗੀ ਹੋ ਜਾਵੋਗੇ। ਕੋਈ ਨੂੰ ਦੇਖਦੇ ਹੋਏ ਵੀ ਨਹੀਂ ਦੇਖੋਗੇ, ਦਿਖਾਈ ਹੀ ਨਹੀਂ ਦੇਣਗੇ। ਸਲੋਗਨ ਹੈ, ਪਾਵਰਫੁਲ ਸਥਿਤੀ ਦਾ ਅਨੁਭਵ ਕਰਨ ਦੇ ਲਈ ਇਕਾਂਤ ਅਤੇ ਰਮਣੀਕਤਾ ਦਾ ਬੈਲੈਂਸ ਰੱਖੋ। ਅੱਛਾ, ਓਮ ਸ਼ਾਂਤੀ।